ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਮਾਰਨਿੰਗ। ਕੀ ਹਾਲ ਚਾਲ? ਆਈ ਹੋਪ ਸਾਰੇ ਠੀਕ ਹੋਵੋਗੇ ਤੇ ਆਪੋ ਆਪਣੇ ਜੀਵਨ ਦੇ ਲਕਸ਼ ਨੂੰ ਅਚੀਵ ਕਰਨ ਵਾਸਤੇ ਨਿਰਣਾ ਤੈਅ ਕਰਦੇ ਹੋਵੋਗੇ। ਮੈਂ ਹਰਦੀਪ ਸਿੰਘ ਤੁਹਾਡਾ ICET ਦੇ ਆਫੀਸ਼ੀਅਲ YouTube ਚੈਨਲ ਤੇ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਇਹੋ ਜਿਹਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਵੀ ਤੇ ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਿਛਲੇ ਕੁਝ ਸਾਲਾਂ ਦੇ ਮੈਂ ਪੇਪਰ ਦੇਖੇ, ਉਹਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਪੰਜਾਬ ਨਾਲ ਰਿਲੇਟਡ ਕਾਫੀ ਕੁਐਸਚਨਸ ਆਉਂਦੇ ਨੇ ਅਤੇ ਜਿਹੜਾ ਆਹ ਟੌਪਿਕ ਅੱਜ ਦਾ ਆ ਇਹਦੇ ਵਿੱਚੋਂ ਆ ਪਿੱਛੇ ਹੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਜਿਹੜਾ ਐਕਸਾਈਜ਼ ਦਾ ਪੇਪਰ ਹੋਇਆ ਉਹਦੇ ਵਿੱਚ ਹੀ ਕੁਐਸਚਨ ਆਇਆ ਸੀਗਾ। ਟੌਪਿਕ ਆ ਜੀ ਬੰਦੀ ਛੋੜ। ਅੱਜ ਸਾਡੇ ਵਿੱਚ ਸਾਡੇ ਓਨਰ ICET ਅਕੈਡਮੀ ਦੇ RS ਵਾਲੀਆ ਰਿਟਾਇਰਡ DGM BSNL ਤੋਂ ਉਹ ਬੈਠੇ ਨੇ। ਉਹ ਸਾਨੂੰ ਇਸ ਟੌਪਿਕ ਬਾਰੇ ਪੂਰੀ ਤਰ੍ਹਾਂ ਐਕਸਪਲੇਨ ਕਰਨਗੇ ਕਿ ਐਕਚੁਅਲ 'ਚ ਟੌਪਿਕ ਹੈ ਕੀ ਅਤੇ ਆਪਾਂ ਇਹਨੂੰ ਕਿੱਦਾਂ ਈਜ਼ੀ ਵੇ ਨਾਲ ਕਵਰ ਕਰ ਸਕਦੇ ਹਾਂ। ਹਾਂਜੀ ਸਰ, ਸਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿ ਬੰਦੀ ਛੋੜ ਦਿਵਸ ਹੈ ਕੀ ਅਤੇ ਇੰਨਾ ਇੰਪੋਰਟੈਂਟ ਕਿਉਂ ਆ? ਬੰਦੀ ਛੋੜ ਦਿਵਸ ਰਿਲੇਟਡ ਆ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ। ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ 6ਵੇਂ ਗੁਰੂ ਹੋਏ ਆ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਔਰ 10 ਸਰੀਰਕ ਜਾਮਿਆਂ ਦੇ ਵਿੱਚ 239 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ, ਦੂਸਰੇ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰੂ ਅਮਰਦਾਸ ਜੀ, ਚੌਥੇ ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੇਂ ਗੁਰੂ ਹਰਿਰਾਏ ਸਾਹਿਬ ਜੀ, ਅੱਠਵੇਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ, 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਔਰ 1469 ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ ਆ। ਔਰ ਉਸ ਤੋਂ ਬਾਅਦ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ। ਇਸ ਤਰ੍ਹਾਂ ਸਰੀਰਕ ਜਾਮੇ ਦੇ ਵਿੱਚ 10 ਗੁਰੂ ਸਾਹਿਬਾਨ 239 ਸਾਲ ਇਸ ਪੰਜਾਬ ਦੀ ਧਰਤੀ ਤੇ ਵਿਚਰਦੇ ਰਹੇ ਆ। ਔਰ ਜਦੋਂ ਵੀ ਕੋਈ ਪੰਜਾਬ ਰਿਲੇਟਡ ਗੱਲ ਕਰਨੀ ਹੋਵੇ ਤਾਂ ਗੁਰ ਇਤਿਹਾਸ ਨੂੰ ਕਦੇ ਵੀ ਉਹਦੇ ਵਿੱਚੋਂ ਪਾਸੇ ਕਰਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਸਾਰਾ ਜਿਹੜਾ ਪੰਜਾਬ ਆ ਉਹ ਜਿੰਦਾ ਹੀ ਗੁਰਾਂ ਦੇ ਨਾਮ ਤੇ ਆ। ਹੁਣ ਤੁਸੀਂ ਗੱਲ ਕਰ ਰਹੇ ਹੋ ਬੰਦੀ ਛੋੜ ਦਿਵਸ ਦੀ। ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਜੇ ਅਸੀਂ ਸਮਕਾਲੀ ਇੱਥੋਂ ਦਾ ਰਾਜਨੀਤਿਕ ਦ੍ਰਿਸ਼ ਦੇਖੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਹਮਲਾਵਰ ਹੋ ਕੇ ਆਉਂਦਾ ਤੇ ਜਿੱਤ ਕਰਦਾ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ। ਔਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਬਾਬਰ ਰਿਹਾ। ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਹਮਾਯੂ ਰਿਹਾ। ਗੁਰੂ ਅਮਰਦਾਸ ਜੀ ਦਾ ਸਮਕਾਲੀ ਅਕਬਰ ਰਿਹਾ। ਗੁਰੂ ਰਾਮਦਾਸ ਜੀ ਦਾ ਸਮਕਾਲੀ ਵੀ ਅਕਬਰ ਰਿਹਾ। ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਅਕਬਰ ਤੇ ਅਖੀਰਲੇ ਸਾਲ 1605 ਈਸਵੀ ਦੇ ਵਿੱਚ ਜਹਾਂਗੀਰ ਜਿਹੜਾ ਇਸ ਮੁਗਲ ਘਰਾਣੇ ਦੇ ਵਿੱਚ ਰਾਜਗੱਦੀ ਤੇ ਬੈਠਦਾ। 1605 ਦੇ ਵਿੱਚ ਜਦੋਂ ਉਹ ਰਾਜਗੱਦੀ ਤੇ ਬੈਠਦਾ ਤਾਂ ਬਹੁਤ ਸਾਰੇ ਉਹਦੇ ਕਾਰਨ ਉਹਦੇ ਦਿਮਾਗ 'ਚ ਹੋਣਗੇ, ਜਾਂ ਜੋ ਵੀ ਉਸ ਵੇਲੇ ਇਤਿਹਾਸ ਦਾ ਹੋਇਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ ਲਾਹੌਰ ਦੇ ਵਿੱਚ 1606 ਈਸਵੀ ਦੇ ਵਿੱਚ ਹੁੰਦੀ ਹੈ। 1606 ਈਸਵੀ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਜਾਂਦੇ ਆ
ਤਾਂ ਉਸ ਤੋਂ ਬਾਅਦ ਗੁਰਤਾ ਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ 1606 ਈਸਵੀ 'ਚ ਬੈਠਦੇ ਆ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ ਜਨਮ 1595 ਈਸਵੀ ਦੇ ਵਿੱਚ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਨਜ਼ਦੀਕ ਜਿਹੜਾ ਉੱਥੇ ਹੋਇਆ ਸੀ, ਔਰ 1644 ਦੇ ਵਿੱਚ ਇਹ ਕੀਰਤਪੁਰ ਸਾਹਿਬ ਜੋਤੀ ਜੋਤ ਸਮਾਏ ਆ। 1606 ਈਸਵੀ ਵਿੱਚ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਇਹਨਾਂ ਨੂੰ 2 ਤਲਵਾਰਾਂ, ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾ ਕੇ ਇਹਨਾਂ ਦਾ ਗੁਰਤਾ ਗੱਦੀ ਹੋਈ ਹੈ। ਔਰ 1606 ਤੋਂ ਲੈ ਕੇ 1644 ਤੱਕ ਇਹਨਾਂ ਨੇ ਆਪਣੇ ਸਿੱਖਾਂ ਨੂੰ ਫਰਮਾਨ ਜਾਰੀ ਕੀਤਾ ਕਿ ਜਿਹੜਾ ਵੀ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਏਗਾ, ਵਧੀਆ ਤੋਂ ਵਧੀਆ ਹਥਿਆਰ ਲੈ ਕੇ ਆਏਗਾ, ਉਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਕਾਫੀ ਇਸ ਤਰ੍ਹਾਂ ਜਿਹੜੇ ਸਿੱਖ ਆ ਉਸ ਸਮੇਂ ਇਹਨਾਂ ਦੇ ਕੋਲ ਆ ਗਏ ਔਰ ਉਹਨਾਂ ਨੂੰ ਪੂਰੇ ਫੌਜੀ ਮਸ਼ਕਾਂ ਔਰ ਘੋੜਸਵਾਰੀ, ਤੀਰ ਅੰਦਾਜ਼ੀ ਔਰ ਢਾਡੀਆਂ ਦੀਆਂ ਵਾਰਾਂ ਔਰ ਧਾਰਮਿਕ ਕਥਾ ਵਿਚਾਰਾਂ ਇਹਨਾਂ ਦੇ ਸਮੇਂ 'ਚ ਹੁੰਦੀਆਂ ਰਹੀਆਂ। ਹੁਣ ਕਿਉਂਕਿ ਹਕੂਮਤ ਦਾ ਇਹ ਫਰਮਾਨ ਸੀ ਕਿ ਸਰਕਾਰੀ ਅਹਿਲਕਾਰਾਂ ਤੋਂ ਇਲਾਵਾ ਕੋਈ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ, ਕੋਈ ਸਿਰ ਤੇ ਪੱਗ ਬੰਨ੍ਹਣ ਦੀ ਤਾਂ ਗੱਲ ਦੂਰ ਦੀ, ਕੋਈ ਘੋੜਸਵਾਰੀ ਵੀ ਨਹੀਂ ਕਰ ਸਕਦਾ, ਕੋਈ ਹਥਿਆਰ ਨਹੀਂ ਰੱਖ ਸਕਦਾ, ਕੋਈ ਤਖਤ ਨਹੀਂ ਲਗਾ ਸਕਦਾ, ਕੋਈ ਦੂਸਰੇ ਜਿਹੜੇ ਹਕੂਮਤ ਦੇ ਮਨਾ ਕੀਤੇ ਹੋਏ ਕੰਮ ਆ ਉਹਨਾਂ ਦੇ ਵਿੱਚੋਂ ਕੋਈ ਵੀ ਕੰਮ ਜਿਹੜਾ ਵਾ ਉਹ ਹਕੂਮਤ ਦੇ ਮਰਜ਼ੀ ਦੇ ਖਿਲਾਫ ਨਹੀਂ ਕੀਤਾ ਜਾ ਸਕਦਾ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਆਪਣੇ ਕੋਲ ਘੋੜਸਵਾਰ ਰੱਖੇ, ਉਹਨਾਂ ਨੂੰ ਸ਼ਸਤਰ ਵਿਦਿਆ ਦਿੱਤੀ ਔਰ ਅਕਾਲ ਤਖਤ ਦੇ ਸਾਹਮਣੇ ਢਾਡੀ ਵਾਰਾਂ ਦੀ ਵੀਰ-ਰਸੀ ਪਰੰਪਰਾ ਜਿਹੜੀ ਆ ਉਹ ਵੀ ਸ਼ੁਰੂ ਕੀਤੀ। ਹਕੂਮਤ ਦੀ ਨਿਗਾਹ ਦੇ ਵਿੱਚ ਇਹ ਚੀਜ਼ਾਂ, ਇਹ ਸਾਰੀਆਂ ਗੱਲਾਂ ਜਿਹੜੀਆਂ, ਇਹਨਾਂ ਘਟਨਾਵਾਂ ਨੂੰ ਇੱਕ ਬਾਗੀ ਪ੍ਰਵਿਰਤੀ ਸਮਝਿਆ ਜਾਂਦਾ ਸੀ। ਔਰ ਇਹੋ ਜਿਹੇ ਜਿਹੜੇ ਵੀ ਕਿਸੇ ਇੱਕ ਚੀਜ਼ ਦੀ ਵੀ ਉਲੰਘਣਾ ਕਰਦੇ ਸੀ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਬਾਗੀ ਬੰਦੇ ਗਿਣੇ ਗਏ ਸੀ, ਉਹਨਾਂ ਦੇ ਆਲਰੇਡੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ ਰਾਜਨੀਤਿਕ ਕੈਦੀ ਸੀ। ਗਵਾਲੀਅਰ ਦੇ ਕਿਲੇ ਦੇ ਬਾਰੇ ਵਿੱਚ ਮਸ਼ਹੂਰ ਸੀ ਕਿ ਉੱਥੇ ਜਿਹੜਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਜਾਂਦਾ, ਉਹ ਕਦੇ ਉਸ ਕਿਲੇ ਦੇ ਵਿੱਚੋਂ ਜਿੰਦਾ ਵਾਪਸ ਨਹੀਂ ਆਇਆ ਸੀ। ਔਰ ਜਦੋਂ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਸਿੱਖ ਧਰਮ ਦੇ ਵਿਰੋਧੀ ਉਸ ਸਮੇਂ ਇਕੱਤਰ ਹੋਏ ਸੀ, ਉਹਨਾਂ ਨੇ ਜਾ ਕੇ ਰਾਜ ਦਰਬਾਰ ਦੇ ਵਿੱਚ ਚੁਗਲੀਆਂ ਕੀਤੀਆਂ, ਤਾਂ ਜਹਾਂਗੀਰ ਨੇ ਉਹਨਾਂ ਨੂੰ, ਕੁਝ ਇਤਿਹਾਸਕਾਰ ਕਹਿੰਦੇ ਆ ਕਿ ਉਹਨਾਂ ਨੂੰ ਇਸ ਕਰਕੇ ਬੁਲਾਇਆ ਕਿ ਤੁਸੀਂ ਕੁਝ ਦਿਨ ਗਵਾਲੀਅਰ ਦੇ ਕਿਲੇ ਵਿੱਚ ਰਹੋ ਔਰ ਤੁਸੀਂ ਉੱਥੇ ਆਪਣਾ ਪਾਠ ਪੂਜਾ ਕਰੋ, ਔਰ ਤੁਸੀਂ ਕਿਉਂਕਿ ਇਹ ਜਿਹੜੇ ਪਾਠ ਪੂਜਾ ਕਰੋਗੇ ਤੇ ਜਿਹੜੇ ਇਹਨਾਂ ਦੇ ਮਨ ਆ, ਦੂਸਰੇ ਜਿਹੜੇ ਬਾਗੀ ਪ੍ਰਵਿਰਤੀ ਵਾਲੇ ਲੋਕ ਆ, ਰਾਜੇ ਜਿਹੜੇ ਆ, ਉਹਨਾਂ ਦੇ ਮਨ ਬਦਲ ਜਾਣਗੇ ਤੇ ਤੁਸੀਂ ਉਹਨਾਂ ਦੀ ਸਾਡੀ ਬੇਨਤੀ ਦੇ ਉੱਤੇ ਤੁਸੀਂ ਕਿਲੇ ਵਿੱਚ ਆਓ। ਕੁਝ ਇਤਿਹਾਸਕਾਰ ਕਹਿੰਦੇ ਆ ਕਿ ਇਹਨਾਂ ਨੂੰ ਬਾਗੀ ਪ੍ਰਵਿਰਤੀ ਕਰਕੇ ਹੀ ਇਹਨਾਂ ਨੂੰ ਕੈਦ ਕਰ ਲਿਆ ਗਿਆ। ਕੈਦ ਦੇ ਵਿੱਚ ਉਹ ਕਿੰਨਾ ਸਮਾਂ ਰਹੇ, ਇਹਦੇ ਬਾਰੇ ਵਿੱਚ ਵੀ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਜਿਹੜੇ ਵਿਚਾਰ ਆ। ਕੋਈ ਕਹਿੰਦੇ ਆ ਕਿ ਉਹ 40 ਦਿਨ ਰਹੇ, ਕੋਈ 2 ਸਾਲ 3 ਮਹੀਨੇ ਦੀ ਗੱਲ ਕਰਦੇ ਆ, ਕੋਈ 12 ਸਾਲ ਦੀ ਗੱਲ ਕਰਦੇ ਆ। ਪਰ ਇਸ ਘਟਨਾ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਰਹੇ ਆ। ਔਰ ਕਿੰਨੇ ਸਮੇਂ ਬਾਅਦ ਰਿਹਾ ਹੋਏ,
ਔਰ ਰਿਹਾ ਹੋਣ ਦੇ ਕਾਰਨ ਵੀ ਬਹੁਤ ਸਾਰੇ ਦੱਸਦੇ ਆ। ਕੁਝ ਇਤਿਹਾਸਕਾਰ ਲਿਖਦੇ ਆ ਕਿ ਨੂਰ ਜਹਾਂ ਜਿਹੜੀ ਕਿ ਜਹਾਂਗੀਰ ਦੀ ਬੇਗਮ ਸੀ, ਉਹ ਸਾਈਂ ਮੀਆਂ ਮੀਰ ਜੀ ਨੂੰ ਬਹੁਤ ਮਾਨਤਾ ਦਿੰਦੀ ਸੀ ਔਰ ਸਾਈਂ ਮੀਆਂ ਮੀਰ ਜੀ ਦੀ ਰਾਜ ਦਰਬਾਰ ਦੇ ਵਿੱਚ ਬਹੁਤ ਉਸ ਸਮੇਂ ਚੱਲਦੀ ਸੀ। ਔਰ ਸਾਈਂ ਮੀਆਂ ਮੀਰ ਜੀ ਨੇ ਜਹਾਂਗੀਰ ਦੀ ਸਿਹਤ ਖਰਾਬ ਹੋ ਗਈ ਤੇ ਉਹਨੇ ਇਹ ਸੁਝਾਅ ਦਿੱਤਾ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਕੈਦ ਵਿੱਚ ਰੱਖਿਆ ਵਾ, ਇਸ ਕਰਕੇ ਇਹਨਾਂ ਨੂੰ ਰਿਹਾ ਕਰੋਗੇ ਤੇ ਤੁਹਾਡਾ ਜਿਹੜਾ ਵਾ ਉਹ ਸਿਹਤਯਾਬੀ ਹੋਏਗੀ। ਚਲੋ ਐਨੀ ਹਾਓ ਉਹਨਾਂ ਨੇ ਇਹ ਡਿਸੀਜ਼ਨ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ, ਜਿਹਦੇ ਬਾਰੇ ਦੇ ਵਿੱਚ ਇਹ ਮਾਨਤਾ ਸੀ ਕਿ ਉੱਥੋਂ ਕੋਈ ਵੀ ਰਾਜਨੀਤਿਕ ਕੈਦੀ ਜਿੰਦਾ ਬਾਹਰ ਨਹੀਂ ਆਇਆ, ਤਾਂ ਉੱਥੋਂ ਉਹਨਾਂ ਨੂੰ ਰਿਹਾ ਕਰਨ ਦਾ ਫਰਮਾਨ ਜਹਾਂਗੀਰ ਨੇ ਜਾਰੀ ਕਰ ਦਿੱਤਾ। ਔਰ ਜਦੋਂ ਜਹਾਂਗੀਰ ਨੇ ਇਹ ਫਰਮਾਨ ਜਾਰੀ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਜਿਹੜੇ ਇਹ ਮੇਰੇ ਨਾਲ 52 ਰਾਜੇ ਇੱਥੇ ਕੈਦ ਆ, ਇਹਨਾਂ ਸਾਰਿਆਂ ਨੂੰ ਹੀ ਮੇਰੇ ਨਾਲ ਰਿਹਾ ਕੀਤਾ ਜਾਵੇ, ਤਾਂ ਮੈਂ ਇਸ ਕੈਦਖਾਨੇ ਚੋਂ ਬਾਹਰ ਜਾਊਂਗਾ, ਨਹੀਂ ਤੇ ਮੈਂ ਨਹੀਂ ਜਾਊਂਗਾ। ਇਹਨਾਂ ਨੂੰ ਨਾਲ ਲਿਜਾਏ ਤੋਂ ਬਿਨਾਂ ਮੈਂ ਨਹੀਂ ਜਾਣਾ। ਜਹਾਂਗੀਰ ਨੇ ਉਸ ਸ਼ਰਤ ਦੇ ਵਿੱਚ ਇੱਕ ਸ਼ਰਤ ਆਪਣੀ ਰੱਖੀ ਕਿ ਜਿੰਨੇ ਵੀ ਤੁਹਾਡੇ ਚੋਲੇ ਨੂੰ ਫੜ ਕੇ ਬਾਹਰ ਜਾ ਸਕਦੇ ਆ, ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਆ। ਉਹਦਾ ਸ਼ਾਇਦ ਮਤਲਬ ਇਹ ਸੀ ਕਿ 5 ਜਾਂ 7 ਜਾਂ 10 ਬੰਦੇ ਉਹਨਾਂ ਦੇ ਚੋਲੇ ਨੂੰ ਫੜ ਲੈਣਗੇ, ਉਹ ਬਾਹਰ ਆ ਜਾਣਗੇ ਤੇ ਬਾਕੀ ਦੇ ਜਿਹੜੇ ਆ 40-42 ਉਹ ਉੱਥੇ ਰਹਿਣਗੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਇਹੋ ਜਿਹਾ ਚੋਲਾ ਸਲਵਾਇਆ ਜਿਹਨੂੰ ਕਿ 52 ਕੈਦੀਆਂ ਦੇ ਹਿਸਾਬ ਨਾਲ 52 ਹੀ ਕਲੀਆਂ ਲੱਗੀਆਂ ਹੋਈਆਂ ਸੀ ਔਰ 52 ਦੀਆਂ 52 ਕਲੀਆਂ ਪਕੜ ਕੇ ਉਹ 52 ਰਾਜੇ ਜਿਹੜੇ ਆ ਉਹ ਵੀ ਕੈਦ ਚੋਂ ਰਿਹਾ ਹੋ ਗਏ। ਔਰ ਉਹ ਜਿਹੜਾ ਚੋਲਾ ਜਿਹਦੇ ਵਿੱਚ 52 ਕਲੀਆਂ ਸੀ ਔਰ ਜਿਹਦੇ ਨਾਲ 52 ਰਾਜੇ ਰਿਹਾ ਹੋ ਕੇ ਆਏ ਸੀ, ਉਹ ਅੱਜ ਕੱਲ੍ਹ ਘੁਡਾਣੀ ਕਲਾਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਔਰ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਕੈਦ ਦੇ ਵਿੱਚ ਸੀ, ਉਸ ਪੀਰੀਅਡ ਦੇ ਵਿੱਚ ਬਾਬਾ ਬੁੱਢਾ ਜੀ ਤਕਰੀਬਨ 2000 ਸਿੱਖਾਂ ਦਾ ਜਥਾ ਲੈ ਕੇ ਉਹਨਾਂ ਨੂੰ ਮਿਲਣ ਗਏ। ਜਦੋਂ ਉਹਨਾਂ ਨੂੰ ਮਿਲਣ ਗਏ, ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇਜਾਜ਼ਤ ਤਾਂ ਨਹੀਂ ਦਿੱਤੀ, ਪਰ ਉਹ ਕਿਲ੍ਹੇ ਦੀ ਪਰਿਕਰਮਾ ਕਰਕੇ ਫਿਰ ਵਾਪਸ ਅੰਮ੍ਰਿਤਸਰ ਆਏ। ਔਰ ਜਿੰਨਾ ਚਿਰ ਅੰਮ੍ਰਿਤਸਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਵਿੱਚ ਰਹੇ ਹੈ, ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸ਼ਬਦ ਚੌਂਕੀ ਦੀ ਪਰੰਪਰਾ ਕੀਤੀ, ਜਿਹੜੀ ਕਿ ਅੱਜ ਵੀ ਬਦਸਤੂਰ ਜਾਰੀ ਆ। ਜਦੋਂ ਸ਼ਾਮ ਨੂੰ ਢੋਲਕਿਆਂ ਛੈਣੀ ਦੇ ਨਾਲ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ਼ਬਦ ਪੜ੍ਹਦੀ ਸੰਗਤ ਜਾਂਦੀ ਆ, ਉਹ ਸ਼ਬਦ ਚੌਂਕੀ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਐਬਸੈਂਸ ਦੇ ਪੀਰੀਅਡ ਵਿੱਚ ਸ਼ੁਰੂ ਕੀਤੀ ਸੀ, ਜਿਹੜੀ ਅੱਜ ਵੀ ਬਦਸਤੂਰ ਉਸੇ ਤਰ੍ਹਾਂ ਚੱਲ ਰਹੀ ਆ। ਔਰ ਗੁਰੂ ਸਾਹਿਬ ਰਿਹਾ ਹੋ ਕੇ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਉਸ ਦਿਨ ਦੇਵਨੇਤ ਦੀਵਾਲੀ ਦਾ ਪਰਵ ਸੀ। ਔਰ ਦੀਵਾਲੀ ਜਿਸ ਤਰ੍ਹਾਂ ਪਹਿਲਾਂ ਵੀ ਅੰਮ੍ਰਿਤਸਰ ਕਾਫੀ ਧੂਮਧਾਮ ਨਾਲ ਮਨਾਈ ਜਾਂਦੀ ਆ, ਪਰ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਸ ਦਿਨ ਸਾਰੇ ਦਰਬਾਰ ਸਾਹਿਬ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਗਈ, ਘਿਓ ਦੇ ਦੀਵੇ ਜਗਾਏ ਗਏ। ਔਰ ਇਸ ਦਿਨ ਨੂੰ ਇਸ ਕਰਕੇ ਸਾਰੇ ਜਿਹੜੇ ਆ ਉਹ ਦੀਵਾਲੀ ਵਾਲੇ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਆ। ਔਰ ਕਈ ਤਰਕਸ਼ੀਲ ਇਹ ਵੀ ਗੱਲ ਕਰਦੇ ਆ ਕਿ ਗੁਰੂ ਸਾਹਿਬ ਨੇ ਜੀ 52 ਰਾਜੇ ਹੀ ਕਿਉਂ ਰਿਹਾ ਕਰਵਾਏ, ਕਿਸੇ ਗਰੀਬ ਬੰਦੇ ਨੂੰ ਕਿਉਂ ਨਹੀਂ ਜੇਲ੍ਹ ਚੋਂ ਰਿਹਾ ਕਰਾਇਆ। ਵੀ ਸੋਚਣ ਵਾਲੀ ਗੱਲ ਇਹ ਆ ਕਿ ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਹੀ ਉਹਨੂੰ ਕੀਤਾ ਜਾਂਦਾ ਸੀ ਜਿਹੜਾ ਬੰਦਾ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੀ
ਰਾਜਨੀਤੀ ਨੂੰ ਨਹੀਂ ਮੰਨਦਾ ਸੀ ਔਰ ਉਹਨੂੰ ਬਾਗੀ ਪ੍ਰਵਿਰਤੀ ਦਾ ਲੋਕ ਹੁੰਦਾ ਸੀ। ਗਰੀਬ ਬੰਦਾ ਤਾਂ ਈਨ ਮੰਨ ਲਊਗਾ। ਜਿਹੜੇ ਕਿਸੇ ਰਾਜਿਆਂ ਨੇ ਬਗਾਵਤ ਕੀਤੀ ਉੱਥੇ ਕੈਦ ਵਿੱਚ ਹੈ ਹੀ ਰਾਜੇ ਸੀਗੇ, ਉੱਥੇ ਦੂਸਰੇ ਬੰਦੇ ਤਾਂ ਹੈ ਹੀ ਨਹੀਂ ਸੀ। ਜੇ ਉਹ ਦੂਸਰੇ ਵੀ ਹੁੰਦੇ ਉਹਨਾਂ ਨੂੰ ਵੀ ਕਰਵਾ ਲੈਂਦੇ, ਪਰ ਕਿਉਂਕਿ 52 ਰਾਜੇ ਕਰਵਾਏ ਆ, 52 ਰਾਜੇ ਰਿਹਾ ਹੋਏ ਆ। ਔਰ ਜਿਸ ਦਿਨ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਆ ਦੀਵਾਲੀ ਦੇ ਪੁਰਬ ਦੇ ਵਿੱਚ, ਉਸ ਦਿਨ ਨੂੰ ਆਪਾਂ ਬੰਦੀ ਛੋੜ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ। ਇਸ ਤੋਂ ਅੱਗੇ ਕੁਝ ਕਰਾ ਦੋ। ਸੋ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਨੂੰ ਇਸ ਟੌਪਿਕ ਬਾਰੇ ਅਵੇਅਰ ਕਰਾਇਆ। ਸੋ ਸਟੂਡੈਂਟਸ ਤੁਸੀਂ ਦੇਖੋ ਕਿ ਜੇ ਮੈਂ ਗੱਲ ਕਰਾਂ ਕਿ ਜਿਹੜਾ ਐਕਸਾਈਜ਼ ਦਾ ਪੇਪਰ ਸੀਗਾ ਉਹਦੇ ਵਿੱਚ ਜਿਹੜਾ ਕੁਐਸਚਨ ਆਇਆ ਸੀਗਾ ਉਹ ਕੁਐਸਚਨ ਸੀਗਾ ਕਿ ਜਿਹੜੇ ਆਪਸ਼ਨਸ ਦਿੱਤੇ ਆ ਇਹਨਾਂ ਵਿੱਚੋਂ ਕਿਹੜਾ ਆਪਸ਼ਨ ਆ ਜਿਹਨੇ ਗੁਰੂ ਹਰਗੋਬਿੰਦ ਜੀ ਨੂੰ ਉਸ ਕਿਲੇ ਦੇ ਵਿੱਚ ਕੈਦ ਕੀਤਾ ਸੀਗਾ, ਯਾਨੀ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਸੀਗਾ। ਸੋ ਕੁਐਸਚਨ ਰਿਲੇਟਡ ਟੂ ਬੰਦੀ ਛੋੜ ਆ, ਠੀਕ ਹੈ। ਸੋ ਇਹਦੇ ਆਪਸ਼ਨਸ ਕੀ ਦਿੱਤੇ ਸੀਗੇ ਉਹਨਾਂ ਨੇ? ਆਪਸ਼ਨਸ ਦਿੱਤੇ ਸੀਗੇ, ਇੱਕ ਦਿੱਤਾ ਸੀਗਾ ਸ਼ਾਹਜਹਾਂ, ਜਹਾਂਗੀਰ, ਅਕਬਰ ਤੇ ਬਾਬਰ। ਹੁਣ ਜਿੱਦਾਂ ਸਰ ਨੇ ਸਾਡੇ ਨਾਲ ਨੌਲੇਜ ਸ਼ੇਅਰ ਕੀਤੀ ਆ ਕਿ ਉਹਨਾਂ ਦੇ ਕੰਟੈਂਪਰੇਰੀ ਯਾਨੀ ਕਿ ਸਮਕਾਲੀ ਕੌਣ ਸੀਗੇ? ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਕੌਣ ਸੀਗੇ? ਜਹਾਂਗੀਰ ਤੇ ਸ਼ਾਹਜਹਾਂ। ਪਰ ਜਿਹੜਾ ਉਹਨਾਂ ਨੂੰ ਕੈਦ ਕੀਤਾ ਉਹ ਕਿਹਨੇ ਕੀਤਾ ਜਾਂ ਰਿਹਾ ਕੀਤਾ ਉਹ ਕੌਣ ਸੀਗਾ? ਜਹਾਂਗੀਰ। ਸਾਨੂੰ ਜੇ ਆਪਾਂ ਇਹ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖੀਏ ਸਮਝੀਏ ਤੇ ਸਾਡੇ ਨੰਬਰ ਆਫ ਕੁਐਸਚਨਸ ਕਵਰ ਹੋ ਜਾਣਗੇ ਰਿਲੇਟਡ ਟੂ ਦਿਸ ਟੌਪਿਕ। ਸੋ ਜੇ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਰਿਲੇਟਡ ਟੂ ਕੰਪੀਟੀਟਿਵ ਐਗਜ਼ਾਮਸ ਤੇ ਨੌਲੇਜ ਦੇ ਪੁਆਇੰਟ ਆਫ ਵਿਊ ਨਾਲ ਜਿੰਨੀ ਵੀ ਤੁਸੀਂ ਨੌਲੇਜ ਗੇਨ ਕਰਨੀ ਉਹ ਕਰ ਸਕੋ। ਸੋ ਨੈਕਸਟ ਵੀਡੀਓ 'ਚ ਮਿਲਦੇ ਹਾਂ। ਥੈਂਕ ਯੂ।